ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੋਈ ਰਿਸਰਚ, ਉਹ ਭਾਵੇਂ PhD ਦੇ ਲੈਵਲ ਤੇ ਆ ਜਾਂ ਫਿਰ ਕਿਤਾਬਾਂ ਦੇ ਤੌਰ ਤੇ ਹੈ, ਤਕਰੀਬਨ ਪਿਛਲੇ ਦਿਨਾਂ ਦੇ ਵਿੱਚ 100 ਦੇ ਨੇੜੇ ਕਿਤਾਬਾਂ ਦਾ ਸਰਵੇਖਣ ਕਰਨ ਦਾ ਮੌਕਾ ਮਿਲਿਆ। ਤੁਹਾਨੂੰ ਸ਼ਾਇਦ ਇਹ ਪਤਾ ਹੋਵੇਗਾ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ 300ਵਾਂ ਵਰ੍ਹਾ ਮਨਾਇਆ ਗਿਆ ਸੀ, ਉਸ ਸਮੇਂ ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਜ਼ ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵਿਦਵਾਨਾਂ ਨੇ ਵੱਖ-ਵੱਖ ਪੱਖਾਂ ਤੋਂ ਬਹੁਤ ਪ੍ਰੋਜੈਕਟ ਲਏ ਸੀ ਅਤੇ ਕਾਫੀ ਕਿਤਾਬਾਂ 1975 ਤੋਂ ਲੈ ਕੇ 1980 ਤੱਕ ਪਬਲਿਸ਼ ਹੋਈਆਂ। ਜਦੋਂ ਅਸੀਂ ਉਹ ਸਾਰੇ ਲਿਟਰੇਚਰ ਦਾ ਰਿਵਿਊ ਕਰਦੇ ਹਾਂ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਸਾਰੇ ਕੰਮ ਦੇ ਵਿੱਚ ਸਭ ਤੋਂ ਵੱਧ ਜੇਕਰ ਕੰਮ ਹੋਇਆ ਤਾਂ ਇਤਿਹਾਸਕ ਪੱਖ ਤੋਂ ਹੋਇਆ। ਭਾਵੇਂ ਕਿ ਹਿਸਟੋਰੀਕਲ ਸਟੱਡੀ ਦੇ ਨਾਲ ਜੁੜੇ ਵਿਦਵਾਨ ਇਹ ਗੱਲ ਮੰਨਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਜਿਹੜੇ ਸਾਨੂੰ ਰਿਸੋਰਸ ਮਿਲਦੇ ਨੇ, ਉਹਨਾਂ ਦੀ ਇੱਕ ਦੁਬਾਰਾ ਸਟੱਡੀ ਕਰਨ ਦੀ ਜ਼ਰੂਰਤ ਹੈ, ਪਰੰਤੂ ਫਿਰ ਵੀ ਇਤਿਹਾਸਕ ਪੱਖ ਤੋਂ ਬਹੁਤ ਜ਼ਿਆਦਾ ਕਾਰਜ ਹੋਇਆ। ਅਤੇ ਦੂਸਰਾ ਲਿਟਰੇਚਰ ਦੇ ਪੱਖ ਤੋਂ ਫਿਲਾਸਫੀ ਦੇ ਵਿੱਚ ਸਾਨੂੰ 1-2 ਕਾਰਜ ਮਿਲਦੇ ਨੇ, ਪਰੰਤੂ ਜਦੋਂ ਅਸੀਂ ਸੋਸ਼ੋਲੋਜੀਕਲ ਐਸਪੈਕਟ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਸਮਾਜ ਵਿਗਿਆਨਕ ਪੱਖ ਤੋਂ ਕੰਮ ਜੋ ਆਟੇ 'ਚ ਲੂਣ ਦੇ ਬਰਾਬਰ ਹੈ। ਸੋਸ਼ੋਲੋਜੀ ਭਾਵੇਂ ਇੱਕ ਨਵਾਂ ਡਿਸਿਪਲਿਨ ਹੈ, ਪਰੰਤੂ ਸਿੱਖ ਸਟੱਡੀ ਦੇ ਵਿੱਚ ਸੋਸ਼ੋਲੋਜੀਕਲ ਪੱਖ ਤੋਂ ਗੁਰੂ ਤੇਗ ਬਹਾਦਰ ਸਾਹਿਬ, ਈਵਨ ਸਿੱਖ ਸਟੱਡੀ ਦੇ ਵਿੱਚ ਵੀ ਸਾਨੂੰ ਬਹੁਤ ਘੱਟ ਕੰਮ ਮਿਲਦਾ ਹੈ। ਜਦੋਂ ਹਿਸਟੋਰੀਕਲ ਜਾਂ ਫਿਲਾਸਫੀਕਲ ਵਰਕ ਸਾਡੇ ਸਾਹਮਣੇ ਆਉਂਦੇ ਨੇ ਤਾਂ ਕਮੈਂਟਰੀਜ਼ ਕੰਮ ਕਰਦੇ ਕਰਦੇ ਜਦੋਂ ਇਤਿਹਾਸ ਦਾ ਕੋਈ ਸਕਾਲਰ ਗੱਲ ਕਰਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਸਮਾਜਿਕ ਪੱਖਾਂ ਦੇ ਬਾਰੇ ਗੱਲ ਕਰਦੇ ਆ। ਅਤੇ ਪਹਿਲਾਂ ਤਾਂ ਸਾਨੂੰ ਇਸ ਗੱਲ 'ਚ ਨਿਖੇੜਾ ਕਰਨਾ ਹੋਏਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਸਮਾਜਿਕ ਪੱਖ, ਸੋਸ਼ਲ ਕੰਸਰਨਸ ਆਫ ਗੁਰੂ ਤੇਗ ਬਹਾਦਰ ਬਾਣੀ, ਅਤੇ ਇੱਕ ਸੋਸ਼ੋਲੋਜੀਕਲ ਸਟੱਡੀ ਆਫ ਗੁਰੂ ਤੇਗ ਬਹਾਦਰ ਸਾਹਿਬ ਲਾਈਫ ਐਂਡ ਟੀਚਿੰਗਸ। ਜਦੋਂ ਅਸੀਂ ਸਮਾਜਿਕ ਪੱਖਾਂ ਦੀ ਗੱਲ ਕਰਦੇ ਹਾਂ ਤਾਂ ਸਮਾਜਿਕ ਪੱਖਾਂ 'ਤੇ ਸਾਨੂੰ ਜਿੱਦਾਂ ਸਮਾਜਿਕ ਬਰਾਬਰੀ ਦੀ ਗੱਲ ਕਰਦੇ ਹਾਂ, ਸਮਾਜਿਕ ਸੰਤੁਲਨ ਦੀ ਗੱਲ ਕਰਦੇ ਹਾਂ, ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ, ਸਦਭਾਵਨਾ, ਇੱਦਾਂ ਦੇ ਸਾਨੂੰ ਬਹੁਤ ਸਾਰੇ ਵਰਕ ਮਿਲ ਜਾਣਗੇ, ਪਰੰਤੂ ਪਿਓਰਲੀ ਸੋਸ਼ੋਲੋਜੀਕਲ ਸਟੱਡੀ ਦੇ ਪੱਖ ਦੇ ਉੱਤੋਂ ਕੰਮ ਨਹੀਂ ਹੋਏ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸੋਸ਼ੋਲੋਜੀਕਲ ਪੱਖ ਤੋਂ ਕਿਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਨੇ ਤਾਂ ਮੇਰੇ ਸਾਹਮਣੇ 2 ਮਸਲੇ ਨੇ, ਇੱਕ ਮੈਥਡੋਲੋਜੀ ਦਾ ਹੈ ਅਤੇ ਦੂਸਰਾ ਕਿ ਕਰੰਟ ਸੋਸ਼ੋਲੋਜੀਕਲ ਥਿਊਰੀ ਦੇ ਵਿੱਚ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਰੈਫਰੈਂਸ ਦੇ ਨਾਲ ਅਸੀਂ ਕਿਸ ਤਰ੍ਹਾਂ ਡੀਲ ਕਰ ਸਕਦੇ ਹਾਂ। ਜੇ ਅਸੀਂ ਇਸ਼ੂਜ਼ ਦੀ ਗੱਲ ਕਰਾਂਗੇ ਅਤੇ ਮੈਥਡੋਲੋਜੀ ਦੀ ਗੱਲ ਕਰਾਂਗੇ ਤਾਂ ਸਾਨੂੰ ਥੋੜ੍ਹੀ ਜਿਹੀ ਸੋਸ਼ੋਲੋਜੀਕਲ ਕੰਮਾਂ ਦੇ ਬਾਰੇ ਨਾ ਕੇਵਲ ਜਾਣਕਾਰੀ ਮਿਲੇਗੀ, ਬਲਕਿ ਅਸੀਂ ਸੋਸ਼ੋਲੋਜੀਕਲ ਪੱਖ ਤੋਂ ਬਾਣੀ ਨੂੰ ਸਮਝਣ ਦਾ ਯਤਨ ਕਰ ਸਕਦੇ ਹਾਂ। ਸ਼ੁਰੂ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜਾ ਇੱਕ ਬੇਸਿਕ ਨੁਕਤਾ ਹੈ ਜਦੋਂ ਅਸੀਂ ਸੋਸ਼ੋਲੋਜੀ ਦੀ ਗੱਲ ਕਰਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਪੂਰਨ ਗੁਰੂ ਪਾਰਬ੍ਰਹਮ ਪਰਮੇਸ਼ਰ, ਜਾਂ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਜੋਤ, 9ਵੀਂ ਜੋਤ, ਜਿਸ ਨੂੰ ਅਸੀਂ ਅਕਾਲ ਰੂਪ ਬਾਬਾ ਕਹਿ ਸਕਦੇ ਹਾਂ। ਅਕਾਲ ਰੂਪ ਬਾਬੇ ਦਾ ਮਤਲਬ ਕਿ ਗੁਰੂ ਧਾਰਮਿਕ ਤੌਰ 'ਤੇ ਇੱਕ ਸੈਕਰਡ ਪਰਸਨੈਲਿਟੀ ਹੈ। ਸੈਕਰਡ ਪਰਸਨੈਲਿਟੀ ਜਾਂ ਰਿਲੀਜਨ, ਜਦੋਂ ਤੁਸੀਂ ਥਿਓਲੋਜੀ ਦੇ ਵਿੱਚ ਜਾਵੋਗੇ ਤਾਂ ਰਿਲੀਜਨ ਨੂੰ ਸੋਸ਼ੋਲੋਜੀ ਦੇ ਵਿੱਚ ਜੋ ਪਲੇਸ ਇੱਕ ਧਰਮ ਦੇ ਅੰਦਰ ਵਿਦਿਆਰਥੀ ਗੁਰੂ ਨੂੰ ਦਿੰਦਾ ਹੈ, ਜਾਂ ਜੋ ਰਿਸਪੈਕਟ ਥਿਓਲੋਜੀ ਦਾ ਸਟੂਡੈਂਟ ਗੁਰੂ ਸਾਹਿਬ ਨੂੰ ਦਿੰਦਾ ਹੈ, ਤਾਂ ਸੋਸ਼ੋਲੋਜੀ ਦੇ ਵਿੱਚ ਪਹਿਲੀ ਗੱਲ ਤਾਂ ਉਹ ਪਲੇਸ ਗੁਰੂ ਨੂੰ ਜਾਂ ਧਰਮ ਨੂੰ ਨਹੀਂ ਮਿਲੀ ਹੋਈ। ਕਿਉਂ ਨਹੀਂ ਮਿਲੀ ਹੋਈ, ਇਹ ਗੱਲ ਸਾਡੇ ਸਮਝਣ ਦੀ ਲੋੜ ਹੈ। ਪਹਿਲੀ ਗੱਲ ਤਾਂ ਸੋਸ਼ੋਲੋਜੀ ਐਜ ਏ ਡਿਸਿਪਲਿਨ, ਇਸ ਨੂੰ ਅਸੀਂ ਕਹਿੰਦੇ ਸੋਸ਼ੋਲੋਜੀ ਇਜ਼ ਏ ਚਾਈਲਡ ਆਫ ਮੋਡਰਨਿਟੀ।
ਮਾਡਰਨਿਟੀ ਜਾਂ ਮਾਡਰਨ ਥਾਟ ਜਦੋਂ ਸਾਡੇ ਸਾਹਮਣੇ ਆਉਂਦੀ ਹੈ, ਇੱਕ ਤਰੀਕੇ ਦੇ ਨਾਲ ਵਰਲਡ ਲੈਵਲ ਤੇ ਜਦੋਂ ਅਸੀਂ ਸਿਧਾਂਤਕ ਪੱਖ ਤੋਂ ਦੇਖਦੇ ਹਾਂ, ਥਿਓਰੀਟਿਕਲੀ ਇੱਕ ਥਿਓਲੋਜੀਕਲ ਥਿੰਕਿੰਗ ਦੇ ਪੈਰਲਲ ਇੱਕ ਮਾਡਰਨ ਥਿੰਕਿੰਗ ਇਮਰਜ ਹੁੰਦੀ ਹੈ। ਇਨਲਾਈਟਨਮੈਂਟ ਤੋਂ ਪਿੱਛੋਂ, ਖਾਸ ਕਰਕੇ 18ਵੀਂ ਸਦੀ ਤੋਂ ਪਿੱਛੋਂ, ਜਦੋਂ ਸੋਸ਼ੋਲੋਜੀ ਇੱਕ ਇੰਡੀਪੈਂਡੈਂਟ ਡਿਸਿਪਲਿਨ ਦੇ ਤੌਰ ਤੇ ਇਮਰਜ ਹੁੰਦਾ ਹੈ, ਜਿਹੜਾ ਸੋਸ਼ੋਲੋਜੀ ਦੇ ਫਾਊਂਡਿੰਗ ਫਾਦਰ ਨੇ, ਜਿੱਦਾਂ ਨਾਂ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਔਗਸਤ ਕਾਮਤੇ। ਔਗਸਤ ਕਾਮਤੇ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਸੋਸ਼ੋਲੋਜੀ ਇੱਕ ਸੁਸਾਇਟੀ ਦੇ ਸਾਇੰਟੀਫਿਕ ਐਨਾਲਿਸਿਸ ਦੇ ਤੌਰ ਤੇ ਚਾਹੀਦੀ ਹੈ। ਜਦੋਂ ਅਸੀਂ ਇੱਕ ਸਾਇੰਟੀਫਿਕ ਐਨਾਲਿਸਿਸ ਦੀ ਗੱਲ ਕਰਦੇ ਹਾਂ ਤਾਂ ਕਲਾਸੀਕਲ ਸੋਸ਼ੋਲੋਜੀ ਦੇ ਵਿੱਚ ਧਰਮ ਨੂੰ ਇੱਕ ਸੁਸਾਇਟੀ ਦੇ ਪਾਰਟ ਦੇ ਤੌਰ ਤੇ ਰੱਖਿਆ ਗਿਆ। ਪਰੰਤੂ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਰੈਫਰੈਂਸ ਦੇ ਵਿੱਚ ਅਸੀਂ ਧਰਮ ਦੀ ਗੱਲ ਕਰਾਂਗੇ ਤਾਂ ਜਿਹੜਾ ਮਨੁੱਖ ਹੈ ਜਾਂ ਸੁਸਾਇਟੀ ਹੈ, ਇਹ ਸਾਡੇ ਲਈ ਉਨੀ ਇੰਪੋਰਟੈਂਟ ਨਹੀਂ ਜਿੰਨਾ ਸਾਡੇ ਲਈ ਇੰਪੋਰਟੈਂਟ ਕ੍ਰੀਏਟਰ ਹੈ, ਜਿਹਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਉਸ ਪਾਰਬ੍ਰਹਮ ਪਰਮੇਸ਼ਰ ਦੇ ਲਈ, ਅਕਾਲ ਪੁਰਖ ਦੇ ਲਈ ਬਹੁਤ ਸਾਰੇ ਨਾਮ ਨੇ। ਜਿਸ ਤਰ੍ਹਾਂ ਰਾਮ ਦੀ ਗੱਲ ਹੈ, ਗੋਬਿੰਦ ਦੀ ਗੱਲ ਹੈ, ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਜੀਵਨ ਦਾ ਮਨੋਰਥ ਸਮਝਾਉਂਦੇ ਨੇ ਤਾਂ ਇਹੀ ਗੱਲ ਕਹਿੰਦੇ ਕਿ ਜਿਹੜਾ ਸਾਡਾ ਜੀਵਨ ਹੈ ਇਹਦਾ ਮਨੋਰਥ ਸਮਝੀਏ। ਜੀਵਨ ਦਾ ਮਨੋਰਥ ਸਮਝਣ ਦੇ ਲਈ ਉਹ ਗੋਬਿੰਦ ਨੂੰ ਗਾਉਣ ਦੀ ਗੱਲ ਕਰਦੇ ਨੇ। ਜਦੋਂ ਤੱਕ ਮਨੁੱਖ ਗੋਬਿੰਦ ਨੂੰ ਗਾਏਗਾ ਨਹੀਂ, ਗੋਬਿੰਦ ਦਾ ਜਸ ਨਹੀਂ ਗਾਏਗਾ ਤਾਂ ਉਹਦਾ ਜਿਹੜਾ ਜੀਵਨ ਹੈ ਅਕਾਰਥ ਚਲਾ ਜਾਏਗਾ। ਸੋ ਪਹਿਲਾ ਜਿਹੜਾ ਨੁਕਤਾ ਆਪਾਂ ਸੋਸ਼ੋਲੋਜੀਕਲ ਪੱਖ ਤੋਂ ਦੇਖਾਂਗੇ ਕਿ ਸੋਸ਼ੋਲੋਜੀਕਲ ਮੈਥਡੋਲੋਜੀ ਦੇ ਵਿੱਚ ਵੀ ਰਿਲੀਜਨ ਨੂੰ ਇੱਕ ਇੰਸਟੀਚਿਊਟ ਦੇ ਤੌਰ ਤੇ, ਇੱਕ ਸੰਸਥਾ ਦੇ ਤੌਰ ਤੇ ਸਟੱਡੀ ਕੀਤਾ ਜਾਂਦਾ। ਜਿਸ ਤਰ੍ਹਾਂ ਅਸੀਂ ਡਿਫਰੈਂਟ ਇੰਸਟੀਟਿਊਸ਼ਨ ਦੀ ਐਗਜ਼ਾਮਪਲ ਲੈ ਸਕਦੇ ਹਾਂ, ਇਕੋਨਮੀ, ਪੋਲੀਟਿਕਸ, ਫੈਮਿਲੀ ਐਂਡ ਕਿਨਸ਼ਿਪ। ਜਦੋਂ ਇੰਸਟੀਟਿਊਸ਼ਨ ਦੇ ਕੰਟੈਕਸਟ ਦੇ ਵਿੱਚ ਅਸੀਂ ਦੇਖਾਂਗੇ ਤਾਂ ਰਿਲੀਜਨ ਨੂੰ ਵੀ ਇੱਕ ਇਕੋਨਮੀ, ਫੈਮਿਲੀ, ਇੰਸਟੀਟਿਊਸ਼ਨ ਦੇ ਤੌਰ ਦੇ ਉੱਤੇ ਸੋਸ਼ੋਲੋਜਿਸਟ ਸਮਝਦੇ ਨੇ। ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਰਿਲੀਜਨ ਸਾਡੇ ਸਾਰੇ ਜਿਹੜੀ ਸਮਾਜ ਦਾ ਨੈਕਸਸ ਬਣਦਾ ਹੈ, ਸੈਂਟਰ ਬਣਦਾ ਹੈ। ਸੋਸ਼ੋਲੋਜੀਕਲ ਦੇ ਵਿੱਚ ਸਟੱਡੀ ਦੇ ਵਿੱਚ ਰਿਲੀਜਨ ਇੱਕ ਮਾਰਜਨਲਾਈਜ਼ ਇੰਸਟੀਟਿਊਸ਼ਨ ਦੇ ਤੌਰ ਤੇ ਕਹਿ ਲਓ ਜਾਂ ਇੱਕ ਪਾਰਟ ਦੇ ਤੌਰ ਤੇ ਸਟੱਡੀ ਕੀਤੀ ਜਾਂਦੀ ਹੈ। ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਰਿਲੀਜਨ ਨੂੰ ਇੱਕ ਵਾਈਡਰ ਪਰਸਪੈਕਟਿਵ ਦੇ ਵਿੱਚ ਸਮਝਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਦ੍ਰਿਸ਼ਟੀ ਦਿੰਦੇ ਨੇ। ਇਸੇ ਕਰਕੇ ਜਦੋਂ ਅਸੀਂ ਸੋਸ਼ੋਲੋਜੀਕਲ ਲਿਟਰੇਚਰ ਦੇ ਵਿੱਚ ਜਾਵਾਂਗੇ ਤਾਂ ਇੱਕ ਹੋਰ ਇੰਪੋਰਟੈਂਟ ਇਸ਼ੂ ਜਿਹੜਾ ਅੱਜ ਤੱਕ ਅਨਸੈਟਲਡ ਹੈ, ਉਹ ਇਸ਼ੂ ਇਹ ਹੈ ਕਿ ਮਨੁੱਖ ਦਾ ਸਮਾਜ ਦੇ ਨਾਲ ਕੀ ਰਿਲੇਸ਼ਨ ਹੈ। ਜਦੋਂ ਅਸੀਂ ਮਨੁੱਖ ਤੇ ਸਮਾਜ ਦੇ ਸੰਬੰਧਾਂ ਦੀ ਗੱਲ ਕਰਦੇ ਹਾਂ ਤਾਂ ਜ਼ਿਆਦਾਤਰ ਸੋਸ਼ੋਲੋਜੀਕਲ ਸਟੱਡੀ ਦੇ ਵਿੱਚ ਦੋ ਤਰ੍ਹਾਂ ਦੀ ਸਾਨੂੰ ਸੋਸ਼ੋਲੋਜੀਕਲ ਸਟੱਡੀਜ਼ ਮਿਲਦੀਆਂ ਨੇ। ਇੱਕ ਵਾਈਡਰ ਪਰਸਪੈਕਟਿਵ ਦੇ ਵਿੱਚ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਇੰਸਟੀਟਿਊਸ਼ਨ ਦੀ ਸਟੱਡੀ ਦੇ ਤੌਰ ਤੇ, ਜਿਸ ਤਰ੍ਹਾਂ ਤੁਸੀਂ ਅਮਾਇਲ ਦੁਰਖੀਮ ਦੀ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਅਮਾਇਲ ਦੁਰਖੀਮ ਨੇ ਉਹ ਪਹਿਲਾ ਸੋਸ਼ੋਲੋਜਿਸਟ ਹੈ ਜਿਸ ਨੇ ਰੂਲਸ ਆਫ ਸੋਸ਼ੋਲੋਜੀਕਲ ਮੈਥਡ ਲਿਖ ਕੇ ਸੁਸਾਇਟੀ ਨੂੰ ਇੱਕ ਵਾਈਡਰ, ਜਿਹਨੂੰ ਅਸੀਂ ਕਹੇ ਕਿ ਮਾਈਕਰੋ ਲੈਵਲ ਤੇ ਸਮਝਣ ਦਾ ਯਤਨ ਕੀਤਾ। ਪਰੰਤੂ ਇਹਦੇ ਪੈਰਲਲ ਦੇ ਵਿੱਚ ਜਦੋਂ ਅਸੀਂ ਮੈਕਸ ਵੈਬਰ ਵੱਲ ਆਵਾਂਗੇ ਤਾਂ ਮੈਕਸ ਵੈਬਰ ਨੇ ਸੋਸ਼ੋਲੋਜੀ ਨੂੰ ਸੋਸ਼ਲ ਐਕਸ਼ਨ ਤੋਂ ਸਮਝਣ ਦਾ ਯਤਨ ਕੀਤਾ ਇੱਕ ਪਾਰਟ ਦੇ ਤੌਰ ਤੇ, ਕਿ ਦੋਨਾਂ ਦੀ ਸਟੱਡੀ ਦੇ ਵਿੱਚ ਜਿਹੜਾ ਰਿਲੀਜਨ ਹੈ, ਜਿੱਦਾਂ ਮੈਕਸ ਵੈਬਰ ਐਥਿਕਸ ਨੂੰ ਇੰਪੋਰਟੈਂਟ ਮੰਨਦਾ ਹੈ, ਦੁਰਖੀਮ ਨੇ ਟੋਟਮ ਨੂੰ ਇੰਪੋਰਟੈਂਟ ਮੰਨਿਆ। ਪਰੰਤੂ ਨਾਲ ਦੀ ਨਾਲ ਦੁਰਖੀਮ ਦੀ ਸਟੱਡੀ ਦੇ ਵਿੱਚ ਇੱਕ ਨੁਕਤਾ ਸਾਡੇ ਸਾਹਮਣੇ ਇਹ ਵੀ ਆ ਜਾਂਦਾ ਕਿ ਜਿਹੜਾ ਟੋਟਮ ਹੈ ਜਾਂ ਰਿਲੀਜਨ ਹੈ, ਇਹ ਟ੍ਰੈਡੀਸ਼ਨਲ ਸੁਸਾਇਟੀ ਦੀ ਕਰੈਕਟਰਿਸਟਿਕਸ ਹੈ ਮੇਨ। ਮਾਡਰਨ ਸੁਸਾਇਟੀ ਦੇ ਵਿੱਚ ਰਿਲੀਜਨ, ਕਿਉਂਕਿ ਡਿਵੀਜ਼ਨ ਆਫ ਲੇਬਰ ਹੋ ਜਾਂਦੀ ਹੈ, ਸੁਸਾਇਟੀ ਵੰਡੀ ਜਾਂਦੀ ਹੈ ਵੱਖ-ਵੱਖ ਸੈਗਮੈਂਟ ਦੇ ਵਿੱਚ, ਰਿਲੀਜਨ ਦੀ ਉਹ ਪਲੇਸ ਮਾਡਰਨ ਸੁਸਾਇਟੀ ਦੇ ਵਿੱਚ ਨਹੀਂ ਰਹਿੰਦੀ। ਸੋਸ਼ੋਲੋਜੀਕਲ ਸਟੱਡੀ ਦੇ ਵਿੱਚ ਮੈਥਡੋਲੋਜੀਕਲੀ ਰਿਲੀਜਨ ਦਾ ਜਿਹੜਾ ਰੋਲ ਸੋਸ਼ੋਲੋਜਿਸਟ ਮੰਨ ਕੇ ਚੱਲਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਜਦੋਂ ਆਪਾਂ ਉਹਨਾਂ ਨੂੰ ਦੇਖਾਂਗੇ ਤਾਂ ਪਹਿਲੀ ਗੱਲ ਤਾਂ ਕ੍ਰੀਏਸ਼ਨ ਤੇ ਆਏਗੀ। ਜਦੋਂ ਤੁਸੀਂ
ਸਮਾਜ ਵਿਗਿਆਨਕ ਪੱਖ ਤੋਂ ਦੇਖਾਂਗੇ ਤਾਂ ਸੋਸ਼ੋਲੋਜਿਸਟ ਦੇ ਲਈ ਸੁਸਾਇਟੀ ਇੰਪੋਰਟੈਂਟ ਹੈ। ਦੁਰਖੀਮ ਨੇ ਟੋਟਮ ਦੀ ਇਸ ਕਰਕੇ ਸਟੱਡੀ ਕੀਤੀ ਕਿਉਂਕਿ ਉਹਨਾਂ ਦੇ ਲਈ ਟੋਟਮ ਸੁਸਾਇਟੀ ਨੂੰ ਯੂਨਾਈਟ ਕਰਨ ਦੇ ਲਈ, ਜਾਂ ਅਸੀਂ ਕਹੀਏ ਕਿ ਸੋਸ਼ਲ ਸੋਲੀਡੈਰਿਟੀ ਨੂੰ ਰੀਪ੍ਰਜੈਂਟ ਕਰਨ ਦੇ ਲਈ ਉਹ ਟੋਟਮ ਨੂੰ ਇੱਕ ਸਾਈਨ ਜਾਂ ਸਿੰਬਲ ਦੇ ਤੌਰ ਤੇ ਉਹਦੀ ਸਟੱਡੀ ਕਰਦੇ ਨੇ। ਪਰੰਤੂ ਜਦੋਂ ਅਸੀਂ ਬਾਣੀ ਦੇ ਕੰਟੈਕਸਟ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਪ੍ਰਸੰਗ ਦੇ ਵਿੱਚ ਗੱਲ ਕਰਾਂਗੇ ਤਾਂ ਇਹ ਜਿਹਨੂੰ ਸਮਾਜ ਵਿਗਿਆਨੀ ਸਭ ਤੋਂ ਜ਼ਿਆਦਾ ਪ੍ਰਮੁਖਤਾ ਦਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ, ਤਾਂ ਫਿਰ ਇਹੀ ਗੱਲ ਆ ਜਾਂਦੀ ਹੈ ਕਿ ਝੂਠੇ ਮਾਨ ਕਹਾਂ ਕਰੇ ਜਗ ਸੁਪਨੇ ਜੋ ਜਾਨ। ਮਤਲਬ ਜਿਹੜਾ ਜਗਤ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਸੁਸਾਇਟੀ ਦੀ ਜਿਹੜੀ ਕ੍ਰੀਏਸ਼ਨ ਹੈ, ਜਗਤ ਦੀ ਕ੍ਰੀਏਸ਼ਨ ਨੂੰ ਜੇਕਰ ਤੁਸੀਂ ਸੱਚ ਮੰਨ ਕੇ ਚੱਲੋਗੇ ਤਾਂ ਤੁਸੀਂ ਰੀਅਲ ਲਾਈਫ ਨੂੰ ਨਹੀਂ ਸਮਝ ਸਕੋਗੇ। ਜਦੋਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸੋਸ਼ੋਲੋਜੀ ਦੇ ਵਿੱਚ ਰਿਐਲਿਟੀ ਨੂੰ ਸਮਝਣਾ, ਸੋਸ਼ਲ ਰਿਐਲਿਟੀ ਨੂੰ ਸਮਝਣਾ ਇੱਕ ਮੇਨ ਇਸ਼ੂ ਮੰਨਿਆ ਜਾਂਦਾ ਹੈ। ਪਹਿਲਾਂ ਭਾਵੇਂ ਸੋਸ਼ੋਲੋਜਿਸਟ ਇੱਕ ਵਾਈਡਰ ਪਰਸਪੈਕਟਿਵ ਦੇ ਵਿੱਚ ਸਟੱਡੀ ਕਰਦੇ ਸੀ, ਪਰੰਤੂ ਜਿਹੜੀ ਲੇਟਰ ਸਾਡੇ ਕੋਲੇ ਸਟੱਡੀਜ਼ ਆਈਆਂ ਨੇ ਜਿਹੜੀਆਂ ਹੁਣ ਦੀਆਂ, ਜਿਸ ਨੂੰ ਤੁਸੀਂ ਕਹੋਗੇ ਕਿ ਐਥਨੋਗ੍ਰਾਫਿਕਲ ਸਟੱਡੀਜ਼ ਜਾਂ ਫੈਨੋਮਨੋਲੋਜੀਕਲ ਸਟੱਡੀ ਦੇ ਵਿੱਚ ਰਿਲੀਜਨ ਨੂੰ ਅੱਜ ਦੀ ਜਿਹੜੀ ਕਰੰਟ ਸੋਸ਼ੋਲੋਜੀ ਦੇ ਵਿੱਚ ਤਾਂ ਥੋੜ੍ਹੀ ਜਿਹੀ ਪਲੇਸ ਮਿਲਣ ਲੱਗੀ ਹੈ। ਇੱਕ ਨੁਕਤਾ, ਕਿਉਂਕਿ ਰਿਸਰਚ ਸਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਨਾਲ ਆਪਾਂ ਮੈਥਡੋਲੋਜੀ ਦਾ ਸਾਂਝਾ ਕਰਕੇ ਫਿਰ ਗੱਲ ਅੱਗੇ ਤੋਰਾਂਗੇ। ਸੋਸ਼ੋਲੋਜੀਕਲ ਮੈਥਡੋਲੋਜੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਆਬਜੈਕਟਿਵ ਅੰਡਰਸਟੈਂਡਿੰਗ ਨੂੰ ਮੰਨਿਆ ਜਾਂਦਾ ਹੈ ਕਿ ਸਬਜੈਕਟਿਵਿਟੀ ਨੂੰ ਉੱਥੇ ਉਹ ਥਾਂ ਨਹੀਂ ਦਿੱਤੀ ਜਾਂਦੀ। ਕਹਿਣ ਦਾ ਭਾਵ ਕਿ ਜਿਹੜੀ ਸਮਾਜ ਵਿਗਿਆਨੀ ਨੇ ਆਪਣੇ ਐਮਪੀਰੀਕਲ ਡਾਟੇ ਦੇ ਆਧਾਰ ਦੇ ਉੱਤੇ ਜੋ ਵੀ ਆਪਣੀਆਂ ਥਿਓਰੀਟੀਕਲ ਫਾਰਮੂਲੇਸ਼ਨਸ ਬਣਾਉਂਦੇ ਨੇ, ਉਹਨਾਂ ਦੇ ਉੱਤੇ ਸੋਸ਼ੋਲੋਜੀਕਲ ਸਟੱਡੀਜ਼ ਡਿਪੈਂਡ ਕਰਦੀਆਂ ਨੇ। ਪਰੰਤੂ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਮੈਥਡੋਲੋਜੀ ਦੇਖਾਂਗੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਸਾਨੂੰ ਇਹ ਗੱਲ ਸਮਝਾਈ ਹੈ, ਭਾਵੇਂ ਉਹ ਗੱਲ ਸੰਨਿਆਸੀਆਂ ਦੇ ਪ੍ਰਸੰਗ ਦੇ ਵਿੱਚ ਹੋਵੇ ਜਾਂ ਫਿਰ ਜ਼ਿੰਦਗੀ ਨੂੰ ਸਮਝਣ ਦੇ ਵਿੱਚ ਹੋਵੇ। ਗੁਰੂ ਮਹਾਰਾਜ ਜਦੋਂ ਕਹਿੰਦੇ ਕਿ ਕਾਹੇ ਰੇ ਵਨ ਖੋਜਣ ਜਾਈ, ਕਿ ਬਾਹਰ ਲੱਭਣ ਦਾ, ਬਾਹਰ ਢੂੰਡਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੈ, ਜਿਹੜਾ ਸੱਚ ਤੁਹਾਡੇ ਅੰਦਰ ਹੈ। ਜਦੋਂ ਤੁਸੀਂ ਸੱਚ ਨੂੰ ਆਪਣੇ ਅੰਦਰੋਂ ਸਮਝੋਗੇ ਤਾਂ ਅੰਦਰ ਦੇ ਸੱਚ ਨੂੰ ਕਿਵੇਂ ਸਮਝਣਾ ਹੈ, ਇਹ ਕਰੰਟ ਮੈਥਡੋਲੋਜੀ ਦੇ ਵਿੱਚ ਅਸੀਂ ਖਾਸ ਕਰਕੇ ਫੈਨੋਮਨੋਲੋਜੀਕਲ ਸਟੱਡੀ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਯੂ ਟਰਾਈ ਟੂ ਅੰਡਰਸਟੈਂਡ ਆਬਜੈਕਟਿਵਿਟੀ ਥਰੂ ਦਾ ਸਬਜੈਕਟਿਵਿਟੀ। ਆਬਜੈਕਟਿਵਿਟੀ ਐਂਡ ਸਬਜੈਕਟਿਵਿਟੀ ਦੇ ਵਿੱਚ ਜਿਹੜੇ ਕਨੈਕਸ਼ਨਸ ਬਿਲਡ ਕਰਨ ਦੀ ਇਨਸਾਈਟ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਮਿਲਦੀ ਹੈ। ਇੱਦਾਂ ਦੀਆਂ ਇਨਸਾਈਟਸ ਤੁਹਾਨੂੰ ਭਾਵੇਂ ਦੀ ਸੋਸ਼ੋਲੋਜੀਕਲ ਸਟੱਡੀ ਦੇ ਵਿੱਚ ਚੱਲ ਜਾਓ, ਜਾਂ ਵਾਂਡਰਲੀ ਉਹਨੇ ਫੈਨੋਮਨੋਲੋਜੀ ਆਫ ਰਿਲੀਜਨ ਦੇ ਵਿੱਚ ਗੱਲ ਕੀਤੀ ਹੈ, ਜਾਂ ਫਿਰ ਮਰਸ਼ਾ ਲਾਡੇ ਗੱਲ ਕਰਦਾ ਕਿ ਜਿਹੜੀ ਸੈਕਰੇਡ ਨੂੰ ਤੁਸੀਂ ਆਪਣੇ ਐਕਸਪੀਰੀਅੰਸ ਦੇ ਨਾਲ ਸਮਝ ਸਕਦੇ ਹੋ। ਮਿਥ ਜਾਂ ਸਾਈਨ ਜਾਂ ਸਿੰਬਲਸ ਦੀ ਜਿਹੜੀ ਇੰਟਰਪ੍ਰੀਟੇਸ਼ਨ ਜਾਂ ਹਾਰਮੋਨਿਟਿਕਸ ਆਫ ਸੈਕਰੇਡ ਦੀ ਗੱਲ ਕਰਦੇ ਨੇ। ਇਹਦੇ ਲਈ ਮਨੁੱਖ ਦੇ ਜਿਹੜੇ ਪਰਸਨਲ ਐਕਸਪੀਰੀਅੰਸ ਨੇ ਉਹ ਇੰਪੋਰਟੈਂਟ ਬਣ ਜਾਂਦੇ ਨੇ। ਅਤੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਮੁੱਚਾ ਜੀਵਨ ਆਪਾਂ ਥੋੜ੍ਹੀ ਜਿਹੀ, ਕਿਉਂਕਿ ਜ਼ਿਆਦਾਤਰ ਇਤਿਹਾਸ ਦੇ ਵਿਦਿਆਰਥੀ ਵੀ ਸਾਡੇ ਨਾਲ ਜੁੜੇ ਹੋਏ ਨੇ, ਇਤਿਹਾਸ, ਹਿਸਟਰੀ ਐਂਡ ਸੋਸ਼ੋਲੋਜੀ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਜਦੋਂ ਅਸੀਂ ਮੈਥਡੋਲੋਜੀਕਲ ਦੇਖਾਂਗੇ, ਹਿਸਟਰੀ ਵੀ ਇੱਕ ਸਾਇੰਟੀਫਿਕ ਸਟੱਡੀ ਆਫ ਪਾਸਟ ਦੇ ਕੰਟੈਕਸਟ ਦੇ ਵਿੱਚ ਜਾਂ ਐਨਾਲਿਟੀਕਲ ਸਟੱਡੀ ਹੈ, ਜਿਸ ਦੇ ਵਿੱਚ ਅਸੀਂ ਕੰਪੈਰੇਟਿਵ ਕਰਦੇ ਹਾਂ ਡਾਟੇ ਦਾ, ਅਤੇ ਉਸੇ ਤਰ੍ਹਾਂ ਸੋਸ਼ੋਲੋਜੀ ਦੇ ਵਿੱਚ ਇਹ ਮੈਥਡੋਲੋਜੀ ਲਾਗੂ ਹੁੰਦੀ ਹੈ। ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਦੀ ਮੈਥਡੋਲੋਜੀ ਕੀ ਹੈ? ਜਦੋਂ ਅਸੀਂ ਗੁਰੂ ਸਾਹਿਬ ਦੀ ਮੈਥਡੋਲੋਜੀ ਲੱਭਣੀ ਹੈ ਤਾਂ ਸਾਨੂੰ ਸਿੱਧੀ ਇੱਕ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨਾ ਤਾਂ ਹਿਸਟੋਰੀਅਨ ਦੇ ਤੌਰ 'ਤੇ ਅਸੀਂ ਉਹਨਾਂ ਨੂੰ ਲੈ ਸਕਦੇ ਹਾਂ, ਨਾ ਹੀ ਅਸੀਂ ਸੋਸ਼ੋਲੋਜਿਸਟ ਦੇ ਤੌਰ 'ਤੇ। ਸਾਡਾ ਇੱਥੇ ਐਜ ਏ ਅਕੈਡਮਿਸ਼ੀਅਨ ਇਹ ਫਰਜ਼ ਬਣਦਾ ਹੈ ਕਿ ਜਿਹੜੀਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨ
ਅਤੇ ਉਹਨਾਂ ਦੀ ਬਾਣੀ ਦੇ ਵਿੱਚੋਂ ਇਨਸਾਈਟਸ ਮਿਲਦੀਆਂ ਨੇ। ਉਹਨਾਂ ਇਨਸਾਈਟਸ ਨੂੰ ਬੇਸ ਬਣਾ ਕੇ ਅਸੀਂ ਕੁਝ ਆਪਣੀ ਐਕੈਡਮਿਕ ਡਿਸਿਪਲਿਨ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਵਰਤ ਸਕਦੇ ਹਾਂ। ਮੈਂ ਜਿਹੜੀ ਗੱਲ ਸੋਸ਼ੋਲੋਜੀਕਲ ਮੈਥਡੋਲੋਜੀ ਦੀ ਐਥਨੋਗ੍ਰਾਫਿਕਲ ਸਟੱਡੀ ਜਾਂ ਫੈਨੋਮੋਲੋਜੀਕਲ ਸਟੱਡੀ ਦੇ ਪ੍ਰਸੰਗ ਦੇ ਵਿੱਚ ਗੱਲ ਕਰ ਰਿਹਾ ਸੀ, ਉਹਦਾ ਮਤਲਬ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜੀਵਨ ਨੂੰ ਤੇ ਸੱਚ ਨੂੰ ਆਪਣੇ ਪਰਸਨਲ ਐਕਸਪੀਰੀਅੰਸ ਦੇ ਨਾਲ ਸਮਝਿਆ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਰਸਨਲ ਐਕਸਪੀਰੀਅੰਸ ਦੇ ਨਾਲ ਸਮਝਿਆ, ਤਾਂ ਇਹਦਾ ਮਤਲਬ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਵਿੱਚ ਉਹਨਾਂ ਦੀ ਬਾਣੀ, ਜਦੋਂ ਸ਼ੁਰੂ ਦੇ ਵਿੱਚ ਜਾਂ ਮੈਂ ਇਸ ਲੈਕਚਰ ਨੂੰ ਡਿਜ਼ਾਈਨ ਕੀਤਾ ਸੀਗਾ ਤੇ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਮੈਂ ਇਕੱਲੇ ਸਮਾਜਿਕ ਪੱਖਾਂ ਦੀ ਗੱਲ ਨਾ ਕਰਾਂ, ਕੁਝ ਜਿਹੜੇ ਮੈਥਡੋਲੋਜੀਕਲ ਜਾਂ ਰਿਸਰਚ ਦੇ ਲਈ ਜਿਹੜੇ ਇੰਪੋਰਟੈਂਟ ਇਸ਼ੂ ਨੇ ਉਹਨਾਂ ਦੇ ਬਾਰੇ ਗੱਲ ਕਰੀਏ। ਆਪਾਂ ਜਦੋਂ ਗੱਲ ਕਰਦੇ ਹਾਂ ਕਿ ਪਰਸਨਲ ਐਕਸਪੀਰੀਅੰਸ, ਹਿਸਟਰੀ ਦੇ ਵਿੱਚ ਜ਼ਿਆਦਾਤਰ ਸਾਡੇ ਕੋਲ ਇੱਦਾਂ ਦੇ ਰੈਫਰੈਂਸ ਮਿਲਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਬਕਾਲਾ ਸਾਹਿਬ ਵਿਖੇ ਰਹਿ ਕੇ ਭਗਤੀ ਕੀਤੀ, ਨਾਮ ਸਿਮਰਨ ਕੀਤਾ। ਜਿਹੜੀ ਗੁਰੂ ਸਾਹਿਬ ਦਾ ਉਹ ਅਨੁਭਵ ਹੈ ਉਹਨੂੰ ਅਸੀਂ ਇਕੱਲਾ ਭਗਤੀ ਦੇ ਤੌਰ ਤੇ ਜਦੋਂ ਤੁਸੀਂ ਉਹਦੀ ਸਟੱਡੀ ਕਰੋਗੇ ਤਾਂ ਤੁਹਾਨੂੰ ਇਹ ਦੇਖਣਾ ਪਏਗਾ ਕਿ ਜਿਹੜੀ ਇਹ ਭਗਤੀ ਹੈ ਇਹ ਗੁਰਮਤਿ ਦੇ ਜਿਹੜਾ ਭਗਤੀ ਦਾ ਜਾਂ ਗੁਰਮਤਿ ਦਾ ਇੱਕ ਜਿਹੜਾ ਸਪਿਰਿਚੁਅਲ ਮਾਡਲ ਹੈ ਉਹਦੇ ਮੁਤਾਬਕ ਹੈ। ਇਹ ਭਗਤੀ ਉਹਨਾਂ ਸੰਨਿਆਸੀਆਂ ਵਾਲੀ ਭਗਤੀ ਨਹੀਂ ਜਿਹੜੇ ਸਮਾਜ ਤੋਂ ਬਿਲਕੁਲ ਅਲੱਗ ਹੋ ਜਾਂਦੇ ਨੇ। ਆਪਾਂ ਜਿਹੜਾ ਇਸ਼ੂ ਡਿਸਕਸ ਕਰ ਰਹੇ ਸੀ ਕਿ ਮਨੁੱਖ ਦਾ ਸਮਾਜ ਦੇ ਨਾਲ ਗੁਰਬਾਣੀ ਦੇ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਨੁਭਵ ਦੇ ਵਿੱਚੋਂ ਸਾਨੂੰ ਇਹ ਪਤਾ ਲੱਗਦਾ ਕਿ ਮਨੁੱਖ ਤੇ ਸਮਾਜ ਦੇ ਵਿੱਚ ਇੱਕ ਦੁਵੱਲਾ ਰਿਲੇਸ਼ਨ ਹੈ। ਮੈਨ ਐਂਡ ਸੁਸਾਇਟੀ ਬੋਥ ਆਰ ਇੰਟਰਕਨੈਕਟਡ। ਮਨੁੱਖ ਸਮਾਜ ਤੋਂ ਅਲੱਗ ਨਹੀਂ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਟੋਟਲ ਲਾਈਫ ਦੇ ਵਿੱਚ ਉਹਨਾਂ ਦੀ ਪਰਿਵਾਰਕ ਲਾਈਫ ਜਾਂ ਸਮਾਜਿਕ ਲਾਈਫ ਨੂੰ ਸਮਝੇ ਬਗੈਰ ਕੇਵਲ ਗੁਰੂ ਸਾਹਿਬ ਦੇ ਭਗਤੀ ਦੇ ਉੱਤੇ ਜਦੋਂ ਅਸੀਂ ਜ਼ਿਆਦਾ ਜ਼ੋਰ ਦੇਵਾਂਗੇ ਤਾਂ ਅਸੀਂ ਇੱਕ ਪੱਖ ਤੇ ਜ਼ਿਆਦਾ ਜ਼ੋਰ ਦੇਵਾਂਗੇ। ਸੋਸ਼ੋਲੋਜੀ ਦੇ ਵਿੱਚ ਵੀ ਇਹੀ ਕੁਝ ਹੋਇਆ ਕਿ ਜੀਵਨ ਦੇ ਵਿੱਚ ਇੱਕ ਪਾਸੇ ਸਪਿਰਿਚੁਅਲ ਲਾਈਫ ਹੈ, ਦੂਸਰੇ ਪਾਸੇ ਸਾਡੀ ਸੋਸ਼ਲ ਲਾਈਫ ਹੈ। ਸੋਸ਼ੋਲੋਜੀ ਦੇ ਵਿੱਚ ਸਪਿਰਿਚੁਅਲ ਲਾਈਫ ਨੂੰ ਮਾਰਜਨਲਾਈਜ਼ ਕੀਤਾ ਗਿਆ, ਪਰੰਤੂ ਸੋਸ਼ਲ ਲਾਈਫ ਦੇ ਉੱਤੇ ਸਕਾਲਰਸ ਨੇ, ਉਹ ਬੇਸ਼ੱਕ ਤੁਸੀਂ ਹਰਬਰਟ ਸਪੈਂਸਰ ਦੀ ਗੱਲ ਕਰ ਲਓ, ਅਮਾਇਲ ਦੁਰਖੀਮ ਦੀ ਗੱਲ ਕਰ ਲਓ, ਮੈਕਸ ਵੈਬਰ, ਕਾਰਲ ਮਾਰਕਸ ਜਾਂ ਲੇਟਰ ਟੈਲਕਟ ਪਾਰਸਨ ਜਾਂ ਇੱਦਾਂ ਦੇ ਜਿਹੜੇ ਸਕਾਲਰਸ ਨੇ ਡਿਫਰੈਂਟ ਜਿਹੜੀ ਥਿਓਰੀਜ਼ ਦਿੱਤੀਆਂ ਨੇ। ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜਾ ਉਹਨਾਂ ਦੀ ਮੈਥਡੋਲੋਜੀ ਜਾਂ ਉਹਨਾਂ ਦੇ ਐਕਸਪੀਰੀਅੰਸ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬ ਕਹਿੰਦੇ ਕਿ ਇਸ ਸਮਾਜ ਦੇ ਵਿੱਚ ਰਹਿਣਾ ਹੈ। ਸਮਾਜ ਦੇ ਵਿੱਚ ਰਹਿੰਦੇ ਹੋਏ ਫਿਰ ਜਿਹੜੀ ਅਗਲੀ ਇੰਪੋਰਟੈਂਟ ਗੱਲ ਇਹ ਹੈ ਕਿ ਜਦੋਂ ਅਸੀਂ ਸਮਾਜ ਦੇ ਵਿੱਚ ਰਹਿਣਾ ਹੈ ਤਾਂ ਗੁਰੂ ਸਾਹਿਬ ਨੇ ਇੱਕ ਸਮਾਜਿਕ ਨਿਰਲੇਪਤਾ ਦਾ ਕਨਸੈਪਟ ਦਿੱਤਾ ਹੈ। ਸਮਾਜਿਕ ਨਿਰਲੇਪਤਾ ਉਸ ਸੰਨਿਆਸੀ ਵਾਲੀ ਨਿਰਲੇਪਤਾ ਤੋਂ ਵੱਖਰੀ ਹੈ ਜਿਹੜੇ ਕਿ ਸਮਾਜਿਕ ਜ਼ਿੰਮੇਵਾਰੀਆਂ ਤੋਂ ਪਾਸੇ ਚਲੇ ਜਾਂਦੇ ਨੇ। ਭਾਵੇਂ ਕਿ ਸਾਡੀ ਜਿਹੜੀ ਫੋਕ ਟ੍ਰੈਡੀਸ਼ਨ ਦੇ ਵਿੱਚ ਜੀਵਨ ਦੇ ਜਿਹੜੇ 4 ਪੁਰਸ਼ਾਰਥ ਨੇ, ਧਰਮ, ਅਰਥ, ਕਾਮ ਤੇ ਮੋਕਸ਼, ਇਹਦੀ ਪ੍ਰਾਪਤੀ ਦੇ ਲਈ 4 ਆਸ਼ਰਮਾਂ ਦੀ ਗੱਲ ਕੀਤੀ ਗਈ ਹੈ ਤੇ ਲਾਸਟ ਦੇ ਵਿੱਚ ਜਿਹੜਾ ਸੰਨਿਆਸ ਆਸ਼ਰਮ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਸੀਗਾ। ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀ ਜੇਕਰ ਤੁਸੀਂ ਪੂਰੀ ਸਟੱਡੀ ਕਰੋਗੇ ਤਾਂ ਇਹ ਗੱਲ ਪਤਾ ਲੱਗੇਗੀ ਕਿ ਗੁਰੂ ਤੇਗ ਬਹਾਦਰ ਸਾਹਿਬ ਸਮਾਜ ਦੇ ਵਿੱਚ ਰਹਿੰਦੇ ਹੋਏ ਸਮਾਜ ਤੋਂ ਇੱਕ ਨਿਰਲੇਪਤਾ ਦਾ ਜਿਹੜਾ ਕਨਸੈਪਟ ਸਮਝਾਉਂਦੇ ਨੇ। ਸੋਸ਼ੋਲੋਜੀਕਲ ਪੱਖ ਤੋਂ ਜਦੋਂ ਅਸੀਂ ਦੇਖਾਂਗੇ ਕਿ ਪਰਿਵਾਰ ਬਹੁਤ ਮਹੱਤਵਪੂਰਨ ਜਾਂ ਇੱਕ ਪਰਿਵਾਰ ਤੇ ਰਿਸ਼ਤੇਦਾਰੀ ਇੱਕ ਇੰਸਟੀਟਿਊਸ਼ਨ ਦੇ ਤੌਰ ਤੇ ਡਿਵੈਲਪ ਹੁੰਦੀ ਹੈ, ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਜਦੋਂ ਗੁਰੂ ਮਹਾਰਾਜ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਜਦੋਂ ਤੱਕ ਸਾਡੇ ਵਿੱਚ ਜਾਨ ਹੈ, ਜਦੋਂ ਤੱਕ ਅਸੀਂ ਜੀਵਤ ਹਾਂ, ਉਦੋਂ ਤੱਕ ਮਨੁੱਖ ਇਹਨਾਂ ਸੰਬੰਧੀਆਂ ਦੇ ਨਾਲ ਆਪਣਾ ਸੰਬੰਧ ਕਾਇਮ ਰੱਖਦਾ ਹੈ, ਪਰੰਤੂ ਜਦੋਂ ਉਹ ਜੀਵਤ ਨਹੀਂ ਰਹਿੰਦਾ ਤਾਂ ਉਹਦੇ ਸੰਬੰਧੀ ਵੀ ਉਹਦੇ ਨਾਲ ਪਰਾਏ ਹੋ ਜਾਂਦੇ ਨੇ।
ਗੁਰੂ ਸਾਹਿਬ ਨੇ ਆਪਣੇ ਸਲੋਕਾਂ ਦੇ ਵਿੱਚ ਵੀ ਇਹ ਗੱਲ ਦਾ ਜ਼ਿਕਰ ਕੀਤਾ ਤੇ ਬਾਕੀ ਬਾਣੀ ਦੇ ਵਿੱਚ ਵੀ ਜ਼ਿਕਰ ਹੈ ਕਿ ਜਿੱਥੇ ਤੁਸੀਂ ਨਿਭਣਾ ਉੱਥੇ ਸੰਗ ਸਖਾ ਸਭ ਤਜ ਗਏ, ਕੋਈ ਨਾ ਨਿਭਿਓ ਸਾਥ। ਕਿ ਜਿਹੜੀ ਤੁਹਾਡੀ ਲਾਈਫ ਹੈ, ਲਾਈਫ ਤੁਸੀਂ ਖੁਦ ਜਿਉਣੀ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਦੀ ਸਟੱਡੀ ਦੇ ਵਿੱਚ ਮਨੁੱਖ ਦੇ ਬਾਰੇ ਕਿਹਾ ਜਾਂਦਾ ਕਿ ਜੇਕਰ ਤੁਸੀਂ ਖੁਸ਼ੀ ਲੈਣੀ ਹੈ ਤਾਂ ਤੁਹਾਨੂੰ ਕੋਈ ਖੁਸ਼ੀ ਨਹੀਂ ਦੇ ਸਕਦਾ, ਤੇ ਖੁਸ਼ੀ ਤੁਸੀਂ ਆਪ ਲੈਣੀ ਹੈ। ਤੇ ਆਪ ਦੀ ਖੁਸ਼ੀ ਦੇ ਲਈ ਤੁਹਾਨੂੰ ਆਪਣੇ ਪਰਸਨਲ ਐਕਸਪੀਰੀਅੰਸ ਦੇ ਨਾਲ, ਜਿਸ ਤਰ੍ਹਾਂ ਵੱਖ-ਵੱਖ ਜਿਹੜੇ ਸਕਾਲਰਸ ਨੇ, ਭਾਵੇਂ ਤੁਸੀਂ ਵਿਲੀਅਮ ਜੇਮਸ ਦੀ ਤੁਸੀਂ ਗੱਲ ਕਰੋ, ਉਹ ਕਹਿੰਦੇ ਕਿ ਜਿਹੜਾ ਰਿਲੀਜੀਅਸ ਐਕਸਪੀਰੀਅੰਸ ਹੈ ਪਰਸਨਲ ਹੁੰਦਾ ਹੈ। ਬੇਸ਼ੱਕ ਰਿਲੀਜੀਅਸ ਐਕਸਪੀਰੀਅੰਸ ਪਰਸਨਲ ਹੈ, ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਪਰਸਨਲ ਐਕਸਪੀਰੀਅੰਸ ਦਾ ਸੋਸ਼ਲ ਐਕਸਪੀਰੀਅੰਸ ਦੇ ਨਾਲ ਕਨੈਕਸ਼ਨ ਹੈ। ਉੱਥੇ ਜਿਹੜੀ ਸੰਗਤ ਤੇ ਸਮਾਜ ਦੇ ਪ੍ਰਤੀ ਜਿਹੜੀ ਸਾਡੀ ਰਿਸਪੌਂਸਿਬਿਲਿਟੀ ਹੈ, ਜੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨ ਦੀ ਸਭ ਤੋਂ ਹਾਇਰ ਸਟੇਜ ਨੂੰ ਦੇਖਾਂਗੇ ਤਾਂ ਉਹਨਾਂ ਦੀ ਸ਼ਹਾਦਤ, ਮੈਂ ਕਿਉਂਕਿ ਹੁਣ ਇਕੱਲੇ ਉਹਨਾਂ ਦੇ ਜੀਵਨ ਦੇ ਪੱਖ ਦੇ ਵੱਲ ਗੱਲ ਕਰ ਰਿਹਾ ਸੀ, ਇੱਕ ਅਸੀਂ ਗੁਰੂ ਮਹਾਰਾਜ ਦੇ ਨਾਮ ਸਿਮਰਨ ਦੀ ਗੱਲ ਕਰਦੇ ਹਾਂ, ਦੂਸਰਾ ਸ਼ਹਾਦਤ ਦੀ ਗੱਲ ਕਰਦੇ ਹਾਂ। ਸ਼ਹਾਦਤ ਗੁਰੂ ਮਹਾਰਾਜ ਦੀ ਸੋਸ਼ਲ ਰਿਸਪੌਂਸਿਬਿਲਿਟੀ ਦਾ ਸਿਖਰ ਹੈ। ਇਸ ਤੋਂ ਉੱਪਰ ਦੁਨੀਆ ਦੇ ਵਿੱਚੋਂ ਤੁਹਾਨੂੰ ਕੋਈ ਐਗਜ਼ਾਮਪਲ ਨਹੀਂ ਮਿਲ ਸਕਦੀ। ਜਦੋਂ ਅਸੀਂ ਸੋਸ਼ਲ ਰਿਸਪੌਂਸਿਬਿਲਿਟੀ ਦੀ ਗੱਲ ਕਰਦੇ ਹਾਂ ਤਾਂ ਸੋਸ਼ਲ ਰਿਸਪੌਂਸਿਬਿਲਿਟੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਮਸਲਾ ਹਿਊਮਨ ਫਰੀਡਮ ਦਾ ਹੈ। ਅੱਜ ਦੀ ਸੋਸ਼ੋਲੋਜੀ ਦੇ ਵਿੱਚ, ਇਹ ਸੋਸ਼ੋਲੋਜੀਕਲ ਲਿਟਰੇਚਰ ਦੇ ਵਿੱਚ ਮੁੱਖ ਮੁੱਦਾ ਇਹ ਹੈ ਕਿ ਹਿਊਮਨ ਫਰੀਡਮ ਕਿਸ ਤਰ੍ਹਾਂ ਮੇਨਟੇਨ ਕੀਤੀ ਜਾਵੇ। ਹਿਊਮਨ ਫਰੀਡਮ ਦੀ ਮੇਨਟੇਨੈਂਸ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਬਾਰੇ ਤੁਸੀਂ, ਕਿਉਂਕਿ ਬਾਕੀ ਵੀ ਲੈਕਚਰ ਸੁਣੇ ਨੇ, ਮੈਂ ਉਸ ਪਾਸੇ ਵੱਲ ਬਹੁਤਾ ਡਿਟੇਲ ਦੇ ਵਿੱਚ ਨਾ ਜਾਂਦਾ ਹੋਇਆ, ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਜਦੋਂ ਉਹਨਾਂ ਦੀ ਇੱਕ ਸਪਿਰਿਚੁਅਲ ਲਾਈਫ ਦਾ ਸੋਸ਼ਲ ਲਾਈਫ ਦੇ ਨਾਲ ਕੀ ਕਨੈਕਸ਼ਨ ਹੈ, ਇਹਦੇ ਲਈ ਸਾਨੂੰ ਸੋਸ਼ਲ ਰਿਸਪੌਂਸਿਬਿਲਿਟੀ ਕੇਵਲ ਸਮਾਜ ਦੇ ਵਿੱਚ ਰਹਿਣ ਦੇ ਨਾਲ ਤੇ ਸਮਾਜਿਕ ਤੌਰ ਤੇ ਜਿਹੜੀ ਇੱਕ ਸਮਾਜਿਕ ਨਿਰਲੇਪਤਾ ਦਾ ਸਿਧਾਂਤ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਵਿੱਚ ਮਿਲਦਾ ਹੈ। ਜਦੋਂ ਅਸੀਂ ਟ੍ਰੈਡੀਸ਼ਨਲ ਐਕਸ਼ਨ ਦੀ ਗੱਲ ਕਰਦੇ ਹਾਂ, ਜਿੱਦਾਂ ਮੈਂ ਪਹਿਲਾਂ ਮੈਕਸ ਵੈਬਰ ਦੀ ਗੱਲ ਕੀਤੀ ਸੀ, ਆਮ ਤੌਰ ਤੇ ਲੋਕੀ ਕੀ ਕਰਦੇ ਆ ਕਿ ਸਮਾਜ ਦੇ ਵਿੱਚ ਰਹਿੰਦੇ ਨੇ, ਸਮਾਜ ਦੇ ਵਿੱਚ ਅਸੀਮੀਲੇਟ ਹੋ ਜਾਂਦੇ ਨੇ। ਸੋਸ਼ੋਲੋਜਿਸਟ ਸੋਸ਼ਲ ਅਸੀਮੀਲੇਸ਼ਨ ਦਾ ਕਨਸੈਪਟ, ਜਿਹਨੂੰ ਪੰਜਾਬੀ 'ਚ ਅਸੀਂ ਆਤਮਸਾਤ ਦੀ ਗੱਲ ਕਰਦੇ ਹਾਂ, ਕਿ ਸੁਸਾਇਟੀ ਮਨੁੱਖ ਦੇ ਉੱਤੇ ਦਬਾਅ ਪਾਉਂਦੀ ਹੈ ਤੇ ਮਨੁੱਖ ਦੀ ਜਿਹੜੀ ਹਿਊਮਨ ਫਰੀਡਮ ਹੈ, ਇਹਨੂੰ ਸਿਗਮੰਡ ਫਰਾਇਡ ਨੇ ਵੀ ਆਪਣੀ ਥਿਊਰੀ ਦੇ ਵਿੱਚ ਟੋਟਮ ਐਂਡ ਟੈਬੂ ਦੇ ਕੰਟੈਕਸਟ ਦੇ ਵਿੱਚ ਡਿਸਕਸ ਕੀਤਾ। ਪਰੰਤੂ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਇੱਦਾਂ ਦੇ ਰੈਫਰੈਂਸ ਲਵਾਂਗੇ ਤਾਂ ਮਨੁੱਖ ਦੀ ਜਿਹੜੀ ਫਰੀਡਮ ਹੈ ਉਹ ਇੱਕ ਟ੍ਰੈਡੀਸ਼ਨਲ ਸੁਸਾਇਟੀ ਦੇ ਨਾਲੋਂ ਇੱਕ ਵੱਖਰੀ ਕਿਸਮ ਦਾ ਤੁਹਾਨੂੰ ਐਕਸਪੀਰੀਅੰਸ ਮਿਲੇਗਾ। ਜੇ ਅਸੀਂ ਆਪਣੀ ਸੁਸਾਇਟੀ ਦੀ ਗੱਲ ਕਰੀਏ, ਸਾਡੀ ਸੁਸਾਇਟੀ ਇੱਕ ਰਵਾਇਤੀ ਕਿਸਮ ਦੀਆਂ ਪਰੰਪਰਾਵਾਂ ਦੇ ਉੱਤੇ ਟਿਕੀ ਹੋਈ ਸੀ। ਪਾਵਰ ਦੀ ਜਿਹੜੀ ਟਰਾਂਸਫਰਮੇਸ਼ਨ ਹੈ ਉਹ ਵੀ ਫੈਮਿਲੀ ਦੇ ਰਾਹੀਂ ਇੱਕ ਵੱਡੇ ਤੋਂ ਛੋਟੇ ਵੱਲ ਨੂੰ, ਪਿਤਾ ਤੋਂ ਪੁੱਤਰ ਵੱਲ ਨੂੰ ਟਰਾਂਸਫਰ ਹੁੰਦੀ ਹੈ। ਖਾਸ ਕਰਕੇ ਫੈਮਿਲੀ ਦੇ ਵਿੱਚ ਜਦੋਂ ਅਸੀਂ ਅਥਾਰਟੀ ਦੀ ਟਰਾਂਸਫਰਮੇਸ਼ਨ ਦੇਖਦੇ ਹਾਂ, ਜਿਸ ਨੂੰ ਮੈਕਸ ਵੈਬਰ ਨੇ ਟ੍ਰੈਡੀਸ਼ਨਲ ਅਥਾਰਟੀ ਦੇ ਨਾਲ ਦੇਖਿਆ, ਤੇ ਜਿਹੜਾ ਕਾਰਜ ਨੂੰ ਵੀ ਉਹ ਟ੍ਰੈਡੀਸ਼ਨਲ ਕਾਰਜ ਦੇ ਕੰਟੈਕਸਟ ਦੇ ਵਿੱਚ ਦੇਖਦਾ ਹੈ। ਤੇ ਮੈਕਸ ਵੈਬਰ ਅੱਗੇ ਕਹਿੰਦਾ ਕਿ ਜਿਹੜੀ ਕੈਪੀਟਲ ਡਿਵੈਲਪਮੈਂਟ ਦੇ ਵਿੱਚ ਰੈਸ਼ਨਲ ਐਕਸ਼ਨ ਨੇ ਇੰਪੋਰਟੈਂਟ ਰੋਲ ਅਦਾ ਕੀਤਾ। ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਵਿੱਚ ਆਪਾਂ ਰੈਸ਼ਨੈਲਿਟੀ ਸਮਝੀਏ ਕਿ ਇੱਕ ਟ੍ਰੈਡੀਸ਼ਨਲ ਬਣੀ ਹੋਈ ਸੀ ਪਿਤਾ ਪੁਰਖੀ, ਪਰੰਤੂ ਜਿਹੜੀ ਗੁਰਿਆਈ ਦੀ, ਜਿਹੜੀ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਤੋਂ ਛੋਟਿਆਂ ਨੂੰ ਗੁਰੂ ਮੰਨਦੇ ਨੇ। ਭਾਵੇਂ ਉਹ ਗੁਰੂ ਹਰ ਰਾਏ ਦੀ ਗੱਲ ਐਗਜ਼ਾਮਪਲ ਲੈ ਲਓ, ਭਾਵੇਂ ਗੁਰੂ ਹਰਕ੍ਰਿਸ਼ਨ ਜੀ ਦੀ ਗੱਲ ਕਰ ਲਓ। ਤੇ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਦਾਦੇ ਨੇ ਪੋਤੇ ਨੂੰ ਗੁਰੂ ਦੇ ਤੌਰ ਤੇ ਸਵੀਕਾਰ ਕੀਤਾ ਹੋਵੇ, ਤੇ ਬਾਅਦ ਦੇ ਵਿੱਚ ਉਸੇ ਪੋਤੇ ਨੇ ਜਦੋਂ
ਇਸ਼ਾਰਾ ਕਰਦੇ ਆ ਕਿ ਬਾਬਾ ਬਕਾਲੇ ਵੱਲ ਤੇ ਪੋਤੇ ਤੋਂ ਗੁਰਿਆਈ ਦੁਬਾਰਾ ਫਿਰ ਦਾਦੇ ਵੱਲ ਆਈ ਹੋਵੇ, ਕਿ ਇਹਦੇ ਵਿੱਚ ਕੀ ਹੈ ਕਿ ਜਿਹੜੀ ਇੱਕ ਟ੍ਰੈਡੀਸ਼ਨਲ ਇੱਕ ਰਵਾਇਤ ਬਣੀ ਹੋਈ ਹੈ, ਉਸ ਰਵਾਇਤ ਦੇ ਨਾਲੋਂ ਇੱਕ ਵਿਲੱਖਣ ਕਿਸਮ ਦੇ ਐਕਸਪੀਰੀਅੰਸ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਵਿੱਚੋਂ ਸਾਨੂੰ ਮਿਲਦੇ ਨੇ। ਇਹਨਾਂ ਐਕਸਪੀਰੀਅੰਸ ਦੇ ਰਾਹੀਂ ਅਸੀਂ ਜੀਵਨ ਦਾ ਜਿਹੜਾ ਸੱਚ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ ਉਹ ਸਮਝਣ ਦਾ ਯਤਨ ਕਰੀਏ। ਕਿਉਂਕਿ ਗੁਰੂ ਮਹਾਰਾਜ ਨੇ ਜਦੋਂ ਅਸੀਂ ਸੁਸਾਇਟੀ ਦੀ ਗੱਲ ਕਰਾਂਗੇ, ਇੱਕ ਪਾਸੇ ਸਾਨੂੰ ਇਹ ਰੈਫਰੈਂਸ ਮਿਲਦਾ ਹੈ ਕਿ ਜਗ ਰਚਨਾ ਸਭ ਝੂਠ ਹੈ, ਜਾਨ ਲਿਓ ਰੇ ਮੀਤ, ਕਹੋ ਨਾਨਕ ਫਿਰ ਨਾ ਰਹੇ ਕਿਉਂ ਬਾਲੂ ਕੀ ਪੀਤ। ਕਿ ਜਿਹੜੀ ਮਨੁੱਖ ਆਪਣੇ ਸਮਾਜ ਨੂੰ ਸਭ ਕੁਝ ਮੰਨਦਾ ਹੈ ਪਰੰਤੂ ਰਿਐਲਿਟੀ ਨੂੰ ਨਹੀਂ ਮੰਨਦਾ, ਸੱਚ ਨੂੰ ਨਹੀਂ ਮੰਨਦਾ। ਜਦੋਂ ਆਪਾਂ ਇਕਨੋਮਿਕ ਇੰਸਟੀਟਿਊਸ਼ਨ ਦੀ ਗੱਲ ਕਰਦੇ ਹਾਂ ਕਿ ਮਨੁੱਖ ਆਪਣੇ ਧਨ ਦੇ ਨਾਲ, ਦੌਲਤ ਦੇ ਨਾਲ, ਸੰਬੰਧੀਆਂ ਦੇ ਨਾਲ ਇਹਨੂੰ ਰੀਅਲ ਮੰਨ ਲੈਂਦਾ, ਜਦੋਂ ਕਿ ਇਹ ਰੀਅਲ ਨਹੀਂ ਹੈ। ਜਿਹੜੀ ਰਿਐਲਿਟੀ ਦੀ ਲੱਭਣ ਨੂੰ ਸੋਸ਼ੋਲੋਜਿਸਟ ਯਤਨ ਕਰਦੇ ਨੇ, ਉਹ ਇੱਕ ਦਿਖ ਰਿਹਾ ਸੰਸਾਰ ਰੀਅਲ ਨਹੀਂ ਹੈ, ਪਰੰਤੂ ਇਸ ਸੰਸਾਰ ਦੀ ਜਿਹੜੀ ਬੁਨਿਆਦ ਹੈ ਉਹ ਰੀਅਲ ਹੈ। ਹੁਣ ਇੰਪੋਰਟੈਂਟ ਗੱਲ ਜਦੋਂ ਅਸੀਂ ਸਾਇੰਸ ਦੇ ਤੌਰ ਤੇ ਦੇਖਾਂਗੇ, ਅੱਜ ਤੱਕ ਵਿਗਿਆਨੀ ਇਹ ਗੱਲ ਜਾਂ ਇਹ ਪੱਖ, ਇਹ ਸੱਚਾਈ ਸਾਨੂੰ ਨਹੀਂ ਦੱਸ ਸਕੇ ਕਿ ਇਹ ਸੰਸਾਰ ਦਾ ਓਰੀਜਨ ਕਦੋਂ ਹੋਇਆ। ਜਦੋਂ ਤੱਕ ਵਿਗਿਆਨੀਆਂ ਨੂੰ ਸੰਸਾਰ ਦੀ ਉਤਪਤੀ ਦੇ ਬਾਰੇ ਨਹੀਂ ਪਤਾ, ਜਾਂ ਫਿਰ ਇਹ ਜਿਸ ਜਗਤ ਨੂੰ ਸੋਸ਼ੋਲੋਜਿਸਟ ਸੱਚ ਮੰਨ ਕੇ ਇਹਦੀ ਸਟੱਡੀ ਕਰਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿ ਇਸ ਸੱਚ ਤੋਂ ਬਿਯੋਂਡ ਕੋਈ ਹੋਰ ਸੱਚ ਹੈ। ਕਈ ਵਾਰੀ ਲੋਕੀ ਕੀ ਕਰਦੇ ਆ ਕਿ ਇਹਨੂੰ ਸਿਰਫ ਇੰਨਾ ਕਹਿ ਕੇ ਇਹ ਤਾਂ ਮੈਟਾਫਿਜ਼ਿਕਸ ਹੈ। ਸਾਨੂੰ ਮਨੁੱਖ ਨੂੰ ਜਦੋਂ ਅੱਜ ਦੀ ਜਿਹੜੀ ਖਾਸ ਕਰਕੇ ਆਪਾਂ ਕਹੀਏ ਬਾਇਓਲੋਜੀਕਲ ਸਟੱਡੀ ਦੇ ਵਿੱਚ ਸਾਨੂੰ DNA ਨੇ ਇਹ ਗੱਲ ਦੱਸ ਦਿੱਤੀ ਕਿ ਮਨੁੱਖ ਇੱਕ ਕੰਟੀਨਿਊਟੀ ਦਾ ਪਾਰਟ ਹੈ। ਮਨੁੱਖ ਇੱਕ ਜੋਤ ਦੇ ਤੌਰ ਤੇ, ਇੱਕ ਕੰਟੀਨਿਊਟੀ ਦੇ ਤੌਰ ਤੇ ਅਸੀਂ ਅੱਗੇ ਵਧ ਰਹੇ ਹਾਂ। ਪਰੰਤੂ ਜਿਹੜਾ ਮਨੁੱਖ ਆਪਣੇ ਮਨ ਨੂੰ ਜਾਂ ਉਸ ਕੰਟੀਨਿਊਟੀ ਨੂੰ ਨਹੀਂ ਸਮਝਦਾ, ਉਹ ਗੁਰੂ ਤੇਗ ਬਹਾਦਰ ਸਾਹਿਬ ਔਰ ਗੁਰਬਾਣੀ ਦੇ ਹਿਸਾਬ ਦੇ ਨਾਲ ਮਨਮੁਖ ਹੈ। ਤੇ ਗੁਰਮੁਖ ਕੀ ਹੈ? ਜਿਹੜਾ ਸੱਚ ਨੂੰ ਸਮਝਦਾ ਹੈ। ਸੱਚ ਕੀ ਹੈ? ਸੱਚ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਜਗਤ ਨੂੰ ਕਿਹਾ ਕਿ ਇਹ ਪਾਣੀ ਦਾ ਬੁੱਧ ਹੈ, ਪਾਣੀ ਦੇ ਵਿੱਚ ਹੀ ਸਮਾ ਜਾਂਦਾ ਹੈ। ਅਸੀਂ ਸੱਚ ਦੇ ਵਿੱਚੋਂ ਉਪਜੇ ਹਾਂ, ਸੱਚ ਦੇ ਵਿੱਚ ਸਮਾਉਣਾ ਹੈ। ਜਿੱਦਾਂ ਗੁਰੂ ਸਾਹਿਬ ਨੇ ਸਾਨੂੰ ਦ੍ਰਿਸ਼ਟਾਂਤ ਦਿੱਤਾ ਹੈ ਮੱਛੀ ਤੇ ਪਾਣੀ ਦਾ। ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ, ਮੱਛੀ ਦਾ ਜਿੱਥੇ ਪਾਣੀ ਜੀਵਨ ਹੈ ਔਰ ਉਸੇ ਪਾਣੀ ਦੇ ਵਿੱਚ ਹੀ ਉਹਨੇ ਸਮਾਉਣਾ ਹੈ। ਸੇਮ ਉਸੇ ਤਰ੍ਹਾਂ ਜਿਹੜਾ ਮਨੁੱਖ ਦੇ ਬਾਰੇ ਕਿਹਾ ਕਿ 5 ਤੱਤਾਂ ਤੋਂ ਇਹ ਬਣਿਆ ਤੇ 5 ਤੱਤਾਂ ਦੇ ਵਿੱਚ ਇਹਨੇ ਸਮਾਉਣਾ। ਜਦੋਂ ਅਸੀਂ ਸੋਸ਼ੋਲੋਜੀਕਲ ਸਟੱਡੀ ਦੇ ਤੌਰ ਤੇ ਦੇਖਾਂਗੇ ਤਾਂ ਮਨੁੱਖ ਸਮਾਜ ਦੇ ਵਿੱਚੋਂ ਪੈਦਾ ਹੁੰਦਾ ਹੈ ਤੇ ਸਮਾਜ ਦੇ ਵਿੱਚ ਹੀ ਸਮਾ ਜਾਂਦਾ ਹੈ। ਜਦੋਂ ਇੱਕ ਲੇਮੈਨ ਸਮਾਜ ਨੂੰ ਦੇਖਦਾ ਹੈ ਤਾਂ ਲੇਮੈਨ ਦੇ ਲਈ ਸਮਾਜ ਇੱਕ ਦਿਖਾਈ ਦਿੰਦਾ ਸਮਾਜ ਹੈ। ਪਰੰਤੂ ਜਦੋਂ ਅਸੀਂ ਸੋਸ਼ੋਲੋਜੀਕਲੀ ਦੇਖਾਂਗੇ ਤਾਂ ਸਮਾਜ ਇੱਕ ਅਬਸਟਰੈਕਟ ਰੂਪ ਦੇ ਵਿੱਚ ਹੈ, ਅਮੂਰਤ ਹੈ, ਉਹ ਨਿਰੰਕਾਰ ਦੇ ਤੌਰ ਤੇ ਹੈ। ਜਿੱਦਾਂ ਆਪਾਂ ਪਾਣੀ ਦੀ ਐਗਜ਼ਾਮਪਲ ਲਈ ਸੀ ਕਿ ਵੱਖ-ਵੱਖ ਜਿਹੜੇ ਆਕਾਰ ਨੇ, ਇਹਨਾਂ ਦੇ ਪਿੱਛੇ ਇੱਕ ਸੱਚ ਹੈ, ਅਸੀਂ ਉਸ ਸੱਚ ਨੂੰ ਸਮਝੀਏ। ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਦੇ ਰਾਹੀਂ ਸਾਨੂੰ ਉਹ ਸੱਚ ਸਮਝਾਉਣ ਦੇ ਲਈ ਬਾਰ-ਬਾਰ ਮਨੁੱਖ ਨੂੰ ਇਹ ਗੱਲ ਕਰਦਾ ਕਿ ਭਾਈ ਤੁਸੀਂ ਝੂਠ ਨੂੰ ਸੱਚ ਮੰਨ ਰਹੇ ਹੋ। ਝੂਠ ਭਾਵੇਂ ਉਹ ਜੱਗ ਹੈ ਜਾਂ ਸਾਡੇ ਸੰਬੰਧੀ ਹੈ, ਤੂੰ ਭਾਈ ਸੱਚ ਨੂੰ ਜਾਣ। ਜਦੋਂ ਤੂੰ ਸੱਚ ਨੂੰ ਜਾਣ ਲਏਗਾ ਤਾਂ ਤੇਰੀ ਜਿਹੜੀ ਚਿੰਤਾ ਹੈ ਉਹ ਖਤਮ ਹੋਏਗੀ। ਮਨੁੱਖ ਚਿੰਤਤ ਇਸ ਕਰਕੇ ਹੈ ਕਿਉਂਕਿ ਉਹ ਝੂਠ ਨੂੰ ਸੱਚ ਮੰਨਦਾ ਹੈ। ਤੇ ਜਦੋਂ ਤੁਸੀਂ ਝੂਠ ਤੇ ਸੱਚ ਦੇ ਵਿੱਚ ਨਿਖੇੜਾ ਕਰਨਾ ਹੋਵੇ ਤਾਂ ਆਪਾਂ ਪੋਲੀਟੀਕਲ ਇੰਸਟੀਟਿਊਸ਼ਨ ਦੀ ਵੀ ਐਗਜ਼ਾਮਪਲ ਲੈ ਸਕਦੇ ਹਾਂ। ਤੇ ਗੁਰੂ ਮਹਾਰਾਜ ਸਾਨੂੰ ਇਹ ਸਮਝਾਉਂਦੇ ਆ ਕਿ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੁਛ ਨਹੀਂ ਸੁਪਨੇ ਜੋ ਸੰਸਾਰ। ਇਸ ਕਿਸਮ ਦੀ ਜਦੋਂ ਤੁਸੀਂ ਰਿਐਲਿਟੀ ਦੀ ਗੱਲ ਕਰੋਗੇ, ਅੱਜ ਦੇ ਡਿਸਕੋਰਸ ਜਿਹੜੇ ਚੱਲ ਰਹੇ ਨੇ ਵਰਲਡ ਦੇ ਵਿੱਚ, ਇੱਕ ਪੋਲੀਟੀਕਲ ਹੈਜਮਨੀ, ਉਹ ਤੁਸੀਂ ਅੱਜ ਇੰਡੀਆ ਦੇ ਵਿੱਚ ਜਾਂ ਆਪਣੇ ਮੁਲਕ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਕਿਸਾਨ ਅੱਜ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਕਾਫੀ ਲੰਮੇ ਸਮੇਂ ਤੋਂ, ਕਿਉਂਕਿ ਇੱਕ ਪੋਲੀਟੀਕਲ ਹੈਜਮਨੀ ਨੂੰ ਉਹ ਚੈਲੰਜ ਕਰ ਰਹੇ ਨੇ।
ਉਹੀ ਪੋਲੀਟੀਕਲ ਹੈਜਮਨੀ ਜੋ ਕਿ ਸੱਚ ਨਹੀਂ ਹੈ, ਜਿਨ੍ਹਾਂ ਨੇ ਸੱਚ ਨਹੀਂ ਰਹਿਣਾ। ਫਿਰ ਅਸੀਂ ਮਨੁੱਖ ਨੂੰ ਕੀ ਕੀਤਾ ਕਿ ਉਹਦੀਆਂ ਜਿਹੜੀਆਂ ਅਨਐਥੀਕਲ ਐਕਟੀਵਿਟੀਜ਼ ਨੇ, ਜਦੋਂ ਅਸੀਂ ਸੋਸ਼ੋਲੋਜੀਕਲ ਪੱਖ ਤੋਂ ਦੇਖਾਂਗੇ ਕਿ ਮਨੁੱਖ ਨੂੰ ਕੰਟਰੋਲ ਕਰਨ ਦੇ ਲਈ ਸਟੇਟ ਹੋਂਦ ਵਿੱਚ ਆਈ ਹੈ। ਸਟੇਟ ਨੇ ਆਪਣੇ ਲਾਜ਼ ਬਣਾਏ ਨੇ, ਰੂਲਸ ਬਣਾਏ ਨੇ, ਪਰੰਤੂ ਫਿਰ ਵੀ ਮਨੁੱਖ ਉਹਨਾਂ ਰੂਲਸ ਦੇ ਮੁਤਾਬਕ ਨਹੀਂ ਚੱਲਦਾ। ਕਿਉਂ ਨਹੀਂ ਚੱਲਦਾ? ਕਿਉਂਕਿ ਸਟੇਟ ਦੀ ਜਿਹੜੀ ਇੱਕ ਅਥਾਰਟੀ ਹੈ, ਉਹਦੀ ਜਿਹੜੀ ਫਰੀਡਮ ਹੈ ਉਹਨੂੰ ਸਪਰੈਸ ਕਰਦੀ ਹੈ। ਹਿਊਮਨ ਫਰੀਡਮ ਕਿਵੇਂ ਮੇਨਟੇਨ ਰਹੇ? ਹਿਊਮਨ ਫਰੀਡਮ ਤਦ ਮੇਨਟੇਨ ਰਹੇਗੀ ਜਦੋਂ ਅਸੀਂ ਸੱਚ ਨੂੰ ਜਾਣਾਂਗੇ। ਸੱਚ ਨੂੰ ਜਾਣਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਵਾਰ-ਵਾਰ ਇਸ ਪਾਸੇ ਵੱਲ ਇਸ਼ਾਰਾ ਕਰਦੇ ਨੇ। ਮੈਂ ਜ਼ਿਆਦਾ ਆਪਣੇ ਲੈਕਚਰ ਨੂੰ ਲੰਮਾ ਨਾ ਕਰਦਾ ਹੋਇਆ, ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹ ਸੋਸ਼ੋਲੋਜੀਕਲ ਬੈਕਗਰਾਊਂਡ ਦੇ ਵਿੱਚੋਂ ਨਹੀਂ ਸਨ, ਪਰੰਤੂ ਫਿਰ ਵੀ ਮੈਂ ਆਪਣੇ ਲੈਕਚਰ ਨੂੰ ਇੱਕ ਜਿਹੜਾ ਟੌਪਿਕ ਮਿਲਿਆ ਉਸ ਟੌਪਿਕ ਦੇ ਨਾਲ ਜਸਟਿਸ ਕਰਨ ਦੇ ਲਈ ਮੇਰੀ ਇਹ ਕੋਸ਼ਿਸ਼ ਸੀ ਕਿ ਸੋਸ਼ੋਲੋਜੀ ਦੇ ਵਿੱਚ ਮੈਥਡੋਲੋਜੀਕਲੀ ਜਾਂ ਥਿਓਰੀਟੀਕਲੀ ਜਿਹੜੇ ਇਸ਼ੂ ਥਿਊਰੀ ਦੇ ਵਿੱਚ ਆ ਰਹੇ ਨੇ, ਮੈਥਡੋਲੋਜੀ ਦੇ ਵਿੱਚ ਆ ਰਹੇ ਨੇ, ਤੁਹਾਡੇ ਨਾਲ ਉਹ ਸਾਂਝੇ ਕਰਾਂ ਅਤੇ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਹੀ ਗੱਲ ਕਰਾਂ। ਗੱਲਾਂ ਹੋਰ ਬਹੁਤ ਕਰਨੀਆਂ ਸੀ, ਕਿਸੇ ਮੌਕੇ ਆਪਾਂ ਫੇਰ ਕਰ ਲਵਾਂਗੇ। ਸੋ ਮੈਨੂੰ ਲੱਗਦਾ ਕਿ ਮੈਨੂੰ ਇੱਥੇ ਹੁਣ ਗੱਲ ਆਪਣੀ ਸਮਾਪਤ ਕਰ ਦੇਣੀ ਚਾਹੀਦੀ ਹੈ।